ਕੀ ਤੁਸੀਂ ਹੁਣ ਰੌਲਾ ਪਾਤਾ ਮੰਤਰੀ ਸਾਹਿਬ ਦਾ, ਕਿਉਂਕਿ ਸਾਬਕਾ ਮੰਤਰੀ ਦਾ ਹੀ ਮੈਂ ਕਹੂੰਗਾ। ਪਹਿਲਾਂ ਇੱਕ ਆਡੀਓ ਵਾਇਰਲ ਹੋਇਆ, ਉਹ ਵੀ ਤੁਹਾਡੇ ਪਰਿਵਾਰਕ ਮੈਂਬਰ ਵੱਲੋਂ। ਕੀ ਕੋਈ ਇਹੋ ਜਿਹੀ ਵੋਟਾਂ ਦੇ ਵਿੱਚ ਗੱਲ ਆ ਗਈ? ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਚੋਣਾਂ ਦੇ ਵਿੱਚ ਖੜੇ ਕਰਦੇ ਹੋ, ਸਪੋਰਟ ਕਰਦੇ ਹੋ, ਹੁਣ ਤੁਸੀਂ ਰੌਲਾ ਪਾਈ ਜਾਂਦੇ ਹੋ। ਪੇਮੈਂਟ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨ ਕੀਤੀ ਸੀ, ਇਹਨਾਂ ਨੇ ਲਈ ਸੀ ਉਧਾਰੀ ਪੇਮੈਂਟ ਇਲੈਕਸ਼ਨਾਂ ਦੇ ਦੌਰਾਨ। ਉਹ ਵਾਪਸ ਨਹੀਂ ਕੀਤੀ ਵਾਰ-ਵਾਰ ਮੰਗਣ ਤੇ। ਕਿੰਨੀ ਪੇਮੈਂਟ ਸੀ? ਦੋ ਪੇਮੈਂਟਾਂ ਦਾ, ਦੋ ਟ੍ਰਾਂਜੈਕਸ਼ਨਾਂ ਤਾਂ ਇਹਨਾਂ ਦੇ ਆਪਦੇ ਖਾਤੇ 'ਚ ਹੋਈਆਂ ਫੌਜਾ ਸਿੰਘ ਸਰਾਰੀ ਦੇ। ਇੱਕ ਵਰਕਰ ਹੋਣ ਦੇ ਨਾਮ ਤੇ ਸਹਾਇਤਾ ਕਰੀ ਜਾਂ ਕਿਵੇਂ? ਕੀ ਸੀ ਤੁਹਾਡਾ ਕੀ ਮੋਟਿਵ ਸੀ? ਮੇਰਾ ਮੋਟਿਵ ਸਿਰਫ ਇਹ ਸੀ ਵੀ ਜਿਹੜੇ ਬੰਦੇ ਨੂੰ ਆਪਾਂ ਲੈ ਕੇ ਆਨੇ ਪਿਆ ਪਾਰਟੀ ਦੇ ਵਿੱਚ, ਵੀ ਉਹ ਇੱਕ ਹੁੰਦਾ ਨਾ ਆਪਾਂ ਜਿੰਦੇ ਨਾਲ ਸਪੋਰਟ ਕਰਨੇ ਦਿਲੋਂ, ਤੇ ਆਪਾਂ ਨੂੰ ਇਹ ਹੁੰਦਾ ਵੀ ਬੰਦਾ ਕਿਸੇ ਪਾਸੋਂ ਮਾਰ ਨਾ ਖਾ ਜਾਏ। ਕਿਤੇ ਹੋਰ ਗੱਲ ਤਾਂ ਨਹੀਂ ਕੋਈ? ਕਿਉਂਕਿ ਬਹੁਤ ਸਾਰਾ ਜਦੋਂ ਲੀਡਰ ਇੱਕ ਐਮਐਲਏ ਤੋਂ ਵੱਡਾ ਲੀਡਰ ਬਣਦਾ ਤੇ ਦੂਜੇ ਨਾਲਦਿਆਂ ਨੂੰ ਵੀ ਬਹੁਤ ਸਾਰੀਆਂ ਹੋ ਜਾਂਦੀਆਂ ਵੀ ਅਸੀਂ ਆ ਫਲਾਨੀ ਲੋੜ ਪੂਰੀ ਕਰੀਏ, ਫਲਾਨੀ ਲੋੜ। ਉਦੋਂ ਬਾਅਦ ਤਾਂ ਨਹੀਂ ਰੌਲਾ ਪੈ ਗਿਆ ਕਿਤੇ? ਉਹਨਾਂ ਟਾਈਮਾਂ ਦੇ ਵਿੱਚ ਤਾਂ ਕੋਈ ਚਾਹ ਦਾ ਕੱਪ ਨਹੀਂ ਪਿਆਉਂਦਾ ਸੀ ਜਿੰਨਾ ਟਾਈਮਾਂ 'ਚ ਅਸੀਂ ਪੈਸੇ ਪੇਮੈਂਟ ਮੰਗੀ ਵਾਰ-ਵਾਰ। ਮੈਂ ਮੇਰੇ ਤੇ ਪਰਚਾ ਵੀ ਇਹਨਾਂ ਨੇ ਕਰਵਾਇਆ ਉਸੇ ਮਸਲੇ ਨੂੰ ਹੀ ਲੈ ਕੇ, ਵੀ ਇੱਕ ਜਿਵੇਂ ਇੱਕ ਬੰਦੇ ਨੂੰ ਹੁੰਦਾ ਨਾ ਹੰਕਾਰ ਹੋ ਜਾਂਦਾ ਵੀ ਮੈਂ ਇੱਕ ਮੰਤਰੀ ਬੰਦਾ ਤੇ ਇਹ ਇੱਕ ਸਿੰਪਲ ਬੰਦਾ ਮੇਰੇ ਤੋਂ ਪੈਸੇ ਮੰਗ ਰਿਹਾ। ਤੁਹਾਨੂੰ ਅੱਜ ਐਂ ਲੱਗਦਾ ਵੀ ਤੁਹਾਥੋਂ ਵੀ ਗਲਤੀਆਂ ਹੋ ਗਈਆਂ? ਵੀ ਸਾਡੇ ਕੋਲ ਬੰਦੇ ਦੀ ਚੋਣ ਕਰਨ ਦੇ ਵਿੱਚ ਗਲਤੀ ਹੋ ਗਈ ਤੇ ਮੈਂ ਪਰਸਨਲੀ ਉਸ ਚੀਜ਼ ਦੇ ਵਿੱਚ ਆਪਦੇ ਆਪ ਨੂੰ ਗੁਨੇਗਾਰ ਮੰਨਣਾ। ਅਸੀਂ ਕਹਿ ਲਈਏ ਵੀ ਅਸੀਂ ਜੋ ਵਾਅਦੇ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਾਂ ਫੌਜਾ ਸਿੰਘ ਸਰਾਰੀ ਨੂੰ ਗੁਰੂ ਹਰਸਾਏ ਹਲਕੇ ਤੋਂ ਵੋਟ ਪਵਾਈ ਸੀ, ਵੀ ਉਸ ਚੀਜ਼ ਦੇ ਉੱਤੇ ਲੋਕ ਨਿਰਾਸ਼ ਨੇ। ਲੋਕ ਛੱਡੋ, ਵਰਕਰ ਤੱਕ ਨਿਰਾਸ਼ ਨੇ। ਜਿੱਥੇ ਗਲਤ ਹੁੰਦੇ ਸੀ ਅਸੀਂ ਕਹਿੰਦੇ ਸੀ ਗਲਤ। ਜਿਹੜਾ ਕੋਈ ਵੀ ਸੱਜਣ ਹੈ, ਸੱਜਣ ਸਹੀ ਉਹ ਹੀ ਹੈ ਭਾਜੀ ਜਿਹੜਾ ਤੁਹਾਡੀ ਕਮੀ ਦੱਸੇ। ਬਹੁਤ ਲੋਕਾਂ ਨੇ ਤੁਹਾਨੂੰ ਵੀ ਕਮੈਂਟਾਂ ਥੱਲੇ ਕਹਿਣਾਗਾ ਵੀ ਹਜੇ ਤਾਂ ਸਾਲ ਵੀ ਨਹੀਂ ਪੂਰਾ ਹੋਇਆ, ਛੇਤੀ ਚਾ ਲੈ ਗਿਆ। ਮੈਨੂੰ ਕਈ ਗਾਲਾਂ ਕੱਢੀਆਂ ਨੂੰ, ਉਹਦੇ ਨਾਲ ਕੀ ਫਰਕ ਪਊਗਾ ਜੀ? ਮੇਰੇ ਜ਼ਮੀਰ ਨੂੰ ਪਤਾ, ਮੇਰੇ ਪਰਮਾਤਮਾ ਨੂੰ ਪਤਾ ਤੇ ਫੌਜਾ ਸਿੰਘ ਸਰਾਰੀ ਨੂੰ ਪਤਾ। ਅਲਟੀਮੇਟਲੀ ਹੁਣ ਤਾਂ ਤਿੰਨ ਜਣਿਆਂ ਨੂੰ ਹੀ ਪਤਾ ਨਾ ਵੀ ਕੌਣ ਸਹੀ ਹੈ ਤੇ ਕੌਣ ਗਲਤ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ। ਪੰਜਾਬ ਦੀ ਜੇ ਸਿਆਸਤ ਵੱਲ ਝਾਤ ਮਾਰਦੇ ਹਾਂ, ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਇਆਗਾ। ਪਰ ਪੰਜਾਬ ਦੀ ਸਿਆਸਤ ਦੇ ਇਸ ਬਦਲਾਅ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਮੀਦਾਂ ਵੀ ਸੀਗੀਆਂ ਤੇ ਬਹੁਤ ਅਜਿਹੇ ਚਿਹਰੇ ਐਮਐਲਏ ਬਣੇ ਜਿਨ੍ਹਾਂ ਨੂੰ ਪਹਿਲਾਂ ਕੋਈ ਉਸ ਤਰ੍ਹਾਂ ਦੇ ਨਾਲ ਸਿਆਸਤ ਦੇ ਰੂਪ ਦੇ ਵਿੱਚ ਜਾਂ ਸਿਆਸੀ ਤੌਰ ਦੇ ਵਿੱਚ ਨਹੀਂ ਜਾਣਦਾ ਸੀ। ਜਾਂ ਆਪਾਂ ਕਹਿ ਦਈਏ ਉਸ ਤੋਂ ਬਾਅਦ ਫਿਰ ਮੰਤਰੀਆਂ ਦੀ ਇੱਕ ਲਿਸਟ ਨਾਮ ਆਈ ਤੇ ਇੱਕ ਮੰਤਰੀ ਫੌਜਾ ਸਿੰਘ ਸਰਾਰੀ, ਜਿਨ੍ਹਾਂ ਦਾ ਇੱਕ ਆਡੀਓ ਵੀ ਵਾਇਰਲ ਹੁੰਦਾਗਾ, ਕਾਫੀ ਵਿਵਾਦਾਂ ਦੇ ਵਿੱਚ ਰਹੇ। ਉਸ ਤੋਂ ਬਾਅਦ ਉਹਨਾਂ ਦੀ ਮੰਤਰੀਸ਼ਿਪ ਵੀ ਜਾਂਦੀ ਹੈ ਤੇ ਹੋਰ ਬੜੇ ਮਾਮਲੇ ਸਾਹਮਣੇ ਆਏ। ਇੱਕ ਹੋਰ ਨਵਾਂ ਮਾਮਲਾ ਅਸੀਂ ਲੈ ਕੇ ਸਾਹਮਣੇ ਆਏ ਆ, ਉਸ ਮਾਮਲੇ ਦੇ ਬਾਰੇ ਵੀ ਜਾਣਾਂਗੇ। ਹਲਕੇ ਦੇ ਵਿੱਚ ਕਿਹੋ ਜਿਹੀ ਭੂਮਿਕਾ ਰਹੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਕੀ ਕੁਝ ਵੱਖਰਾ ਗਾ, ਕੀ ਵਾਕਿਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਆ ਜਾਂ ਫਿਰ ਸਿਰਫ ਬਦਲਾਅ ਦੇ ਨਾਮ ਦੇ ਉੱਤੇ ਸਿਰਫ ਇੱਕ ਲੋਕਾਂ ਨੂੰ ਮੁਖੌਟਾ ਹੀ ਦਿਖਾਇਆ ਗਿਆ ਗਾ। ਸਾਡੇ ਨਾਲ ਮੌਜੂਦ ਰਹਿਣਗੇ ਜੋਨੀ ਕਪੂਰ, ਜੋ ਫੌਜਾ ਸਿੰਘ ਸਰਾਰੀ ਦੇ ਨਾਲ ਹੁੰਦੇ ਨੇ ਜਾਂ ਹੁੰਦੇ ਸੀ ਆਪਾਂ ਕਹਿ ਦਈਏ। ਉਹਨਾਂ ਦੇ ਵਰਕਰ ਵੀ ਰਹੇ, ਇੱਥੋਂ ਤੱਕ ਲੋਕ ਇਹਨਾਂ ਨੂੰ ਸਹਾਇਕ ਵੀ ਕਹਿੰਦੇ ਸੀ, ਵੀ ਪੀਏ ਦੇ ਤੌਰ ਦੇ ਉੱਤੇ ਉਵੇਂ ਕੰਮ ਕਰਦੇ ਸੀ। ਹਾਲਾਂਕਿ ਓਫੀਸ਼ੀਅਲ ਤੌਰ ਦੇ ਉੱਤੇ ਇਹ ਪੀਏ ਨਹੀਂ ਸੀ। ਜੋਨੀ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਕੀ ਤੁਸੀਂ ਹੁਣ ਰੌਲਾ ਪਾਤਾ ਮੰਤਰੀ ਸਾਹਿਬ ਦਾ, ਕਿਉਂਕਿ ਸਾਬਕਾ ਮੰਤਰੀ ਦਾ ਹੀ ਮੈਂ ਕਹੂੰਗਾ ਜੀ। ਪਹਿਲਾਂ ਇੱਕ ਆਡੀਓ ਵਾਇਰਲ ਹੋਇਆ, ਉਹ ਵੀ ਤੁਹਾਡੇ ਪਰਿਵਾਰਕ ਮੈਂਬਰ ਵੱਲੋਂ ਜੀ। ਕੀ ਕੋਈ ਇਹੋ ਜਿਹੀ ਵੋਟਾਂ ਦੇ ਵਿੱਚ ਗੱਲ ਆ ਗਈ? ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਚੋਣਾਂ ਦੇ ਵਿੱਚ ਖੜੇ ਕਰਦੇ ਹੋ, ਸਪੋਰਟ ਕਰਦੇ ਹੋ, ਹੁਣ ਤੁਸੀਂ ਰੌਲਾ ਪਾਈ ਜਾਂਦੇ ਹੋ। ਕੀ ਗੱਲ ਹੈ? ਰੌਲਾ ਤਾਂ ਭਾਜੀ ਕਾਹਦਾ ਪਾਣਾ? ਅਸਲ ਦੇ ਵਿੱਚ ਕੀ ਇਹ ਵੀ ਇਹ ਤੁਸੀਂ ਗੱਲ ਸਹੀ ਕਹੀ ਵੀ ਸਾਡੇ ਫੈਮਿਲੀ ਮੈਂਬਰ ਜਿਵੇਂ ਸਾਡੇ ਤਸੀਮ ਲਾਲ ਕਪੂਰ ਚਾਚਾ ਜੀ ਨੇ, ਉਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਲੈ ਕੇ ਆਏ, ਸ਼ਾਮਲ ਕਰਾਇਆ, ਨਾਲ ਵਰਕ ਕੀਤਾ, ਟਿਕਟ ਦਵਾਈ। ਉਸ ਤੋਂ ਬਾਅਦ ਜਿਵੇਂ ਕਹ ਲਓ ਮੇਰੀ ਭੂਮਿਕਾ ਜਾਂ ਸਾਡੇ ਪਰਿਵਾਰ ਦੀਆਂ ਜਿਵੇਂ ਕਹ ਲਓ ਭੂਮਿਕਾ ਹੈ ਵੀ ਵਰਕ ਕੀਤਾ ਨਾਲ, ਸਾਰੇ ਹਲਕੇ ਨੂੰ ਪਤਾ। ਤੇ ਰੋਲੇ ਦਾ ਮਤਲਬ ਇਹ ਹੈ ਜੀ, ਜਿਵੇਂ ਪੇਮੈਂਟ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨ ਕੀਤੀ ਸੀ, ਇਹਨਾਂ ਨੇ ਲਈ ਸੀ ਉਧਾਰੀ ਪੇਮੈਂਟ ਇਲੈਕਸ਼ਨਾਂ ਦੇ ਦੌਰਾਨ। ਉਹ ਵਾਪਸ ਨਹੀਂ ਕੀਤੀ ਵਾਰ-ਵਾਰ ਮੰਗਣ ਤੇ ਜਦੋਂ ਨਹੀਂ ਕੀਤੀ ਤੇ ਫਿਰ ਕੋਰਟ ਦਾ ਜਿਵੇਂ ਕਹ ਲਓ ਦਰਵਾਜ਼ਾ ਖੜਕਟਾਇਆ ਤੇ ਹੁਣ ਕੋਰਟ ਦੇ ਵਿੱਚ ਪੈਂਡਿੰਗ ਹੈ ਭਾਜੀ ਮਸਲਾ। ਇਹ ਮਸਲਾ ਕਿੰਨੀ ਪੇਮੈਂਟ ਸੀ? ਪੇਮੈਂਟ ਭਾਜੀ ਇਹ ਇਸ ਤਰ੍ਹਾਂ ਕਿ ਹੈਗੀ ਹੈ ਵੀ ਦੋ ਪੇਮੈਂਟਾਂ ਦਾ, ਦੋ ਟ੍ਰਾਂਜੈਕਸ਼ਨਾਂ ਤਾਂ ਇਹਨਾਂ ਦੇ ਆਪਦੇ ਖਾਤੇ 'ਚ ਹੋਈਆਂ ਫੌਜਾ ਸਿੰਘ ਸਰਾਰੀ ਦੇ। ਇੱਕ 7,75,000 ਰੁਪਇਆ ਜਿਹੜਾ ਇਹਨਾਂ ਦੇ SBI ਅਕਾਊਂਟ ਦੇ ਵਿੱਚ ਪੇਮੈਂਟ ਗਈ ਹੈ, ਉਹ ਇਹਨਾਂ ਦਾ SBI ਦਾ ਅਕਾਊਂਟ ਹੈ ਜਿਹਦੇ 'ਚ ਇਹਨਾਂ ਦੀ ਪੈਨਸ਼ਨ ਵੀ ਆਉਂਦੀ ਰਹੀ, ਜਿਵੇਂ ਪਹਿਲਾਂ ਸਾਬਕਾ ਰਹੇ ਨੇ, ਪੁਲਿਸ ਦੇ ਵਿੱਚ ਰਹੇ ਨੇ। ਤੇ ਦੂਸਰਾ ਜਿਹੜਾ ਇਹਨਾਂ ਦੀ ਹੈਗੀ ਹੈ ਉਹ ਖੇਤੀਬਾੜੀ ਲਿਮਟ ਸੀ। ਉਹ ਮਤਲਬ ਜਿਵੇਂ ਕਹ ਲਓ ਬੈਠੇ ਸੀ ਇਸ ਤਰੀਕੇ ਨਾਲ ਹੀ ਜਿਵੇਂ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ, ਤੇ ਉਹਨਾਂ ਨੂੰ ਬੈਂਕ ਵੱਲੋਂ ਮੈਸੇਜ ਆਉਂਦਾ ਵੀ ਜਿਵੇਂ ਆਪਾਂ ਨੂੰ ਆਮ ਹੀ ਆਉਂਦੇ ਆ ਮੈਸੇਜ ਵੀ ਇੰਨੀ ਡਿਊ ਹੈ ਤੁਹਾਡੀ, ਜਾਂ ਇੰਨੀ ਭਰਨ ਵਾਲੀ ਹੈ, ਜਾਂ ਇੰਨੀ ਪੇਮੈਂਟ ਜਮ੍ਹਾਂ ਕਰਾਓ। ਤਾਂ ਉਹਨਾਂ ਨੇ ਕਿਹਾ ਵੀ ਚਲੋ ਅੱਗੇ ਵੀ ਤੁਹਾਡੇ ਦੇਣੇ ਨੇ ਪੈਸੇ ਤੇ ਤੁਸੀਂ ਇਹ ਵੀ ਕਰਵਾਓ। 2,32,000 ਸ਼ਾਇਦ 340 ਰੁਪਏ ਉਹ ਨੇ। ਤੇ ਉਸ ਤੋਂ ਇਲਾਵਾ ਇੱਕ 15,000 ਦੀਆਂ ਜਿਵੇਂ ਕਹ ਲਓ 3 ਐਂਟਰੀਆਂ ਨੇ 5-5,000 ਦੀਆਂ। ਉਹ ਬੜੀ ਇੰਟਰਸਟਿੰਗ ਗੱਲ ਹੈ। ਜਿਵੇਂ ਕਹ ਲਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਨਾਂ ਨੇ ਇੱਕ ਮੁੰਡਾ ਹੈ ਗੁਰਪ੍ਰੀਤ ਛਾਂਗਾ ਰਾਏ ਤੋਂ, ਉਹ ਮੁੰਡਾ ਸਪੋਰਟਸ ਦੇ ਵਿੱਚ ਮੈਡਲ ਲੈ ਕੇ ਆਉਂਦਾ, ਕੋਈ ਜਿੱਤ ਕੇ ਆਉਂਦਾ, ਤੇ ਉਹਨੂੰ ਇਹ ਅਨਾਉਂਸ ਕਰਦੇ ਨੇ ਵੀ ਮੈਂ ਤੈਨੂੰ ਆਦੀ ਤਨਖਾਹ 'ਚੋਂ 5,000 ਰੁਪਇਆ ਮਹੀਨੇ ਦਾ ਦੇਵਾਂ ਕਰਾਂਗਾ। ਪਰ ਉਹ ਦਿੰਦੇ ਨਹੀਂ, ਜਿਵੇਂ ਕਹ ਲਓ
ਹਾਂ ਲੀਡਰਾਂ ਦਾ ਜਿਵੇਂ ਕੰਮ ਹੁੰਦਾ ਵੀ ਪਾ ਦੇ ਵੀ ਫਲਾਣਿਆ ਪਾ ਦੇ ਵੀ ਫਲਾਣਿਆ, ਉਵੇਂ ਉਹ ਮੈਨੂੰ ਕਹਿ ਦਿੰਦੇ ਸੀ ਭਾਈ ਪਾਈ ਇਹਦੇ ਖਾਤੇ 5000 ਰੁਪਇਆ, ਤਾਂ ਉਹ ਮੇਰੇ ਕੋਲ ਪਵਾਉਂਦੇ ਰਹੇ 3 ਵਾਰ, ਉਹ 15000 ਗਿਆ। ਮਤਲਬ ਟੋਟਲ ਪੇਮੈਂਟ ਜਿਹੜੀ ਏ 10,32,340 ਰੁਪਏ ਦੇ ਉਹਨਾਂ ਨੂੰ ਪਹਿਲੇ ਨੋਟਿਸ ਭੇਜਿਆ ਸੀ, ਤੇ ਨੋਟਿਸ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ, ਤੇ ਹੁਣ ਕੋਰਟ ਵੱਲੋਂ ਸਮਨਿੰਗ ਹੋਈ ਏ ਤੇ 12 ਅਪ੍ਰੈਲ ਡੇਟ ਪਈ ਏ, ਦੇਖਦੇ ਆਂਦੇ ਕਿ ਨਹੀਂ ਆਂਦੇ। ਤੁਸੀਂ ਫਿਰ ਜਿਹੜੀ ਇਹਨਾਂ ਦੀ ਚਲੋ ਪੈਸੇ ਉਹਨਾਂ ਨੂੰ ਦਿੱਤੇ ਆ, ਉਹ ਪਾਰਟੀ ਫੰਡ ਦੇ ਰੂਪ 'ਚ ਇੱਕ ਵਰਕਰ ਹੋਣ ਦੇ ਨਾਮ ਤੇ ਸਹਾਇਤਾ ਕਰੀ ਜਾਂ ਕਿਵੇਂ, ਕੀ ਸੀ ਤੁਹਾਡਾ ਕੀ ਮੋਟਿਵ ਸੀ? ਮੇਰਾ ਭਾਜੀ ਕੋਈ ਮੋਟਿਵ ਨਹੀਂ ਸੀ, ਮੇਰਾ ਮੋਟਿਵ ਸਿਰਫ ਇਹ ਸੀ ਵੀ ਜਿਹੜੇ ਬੰਦੇ ਨੂੰ ਆਪਾਂ ਲੈ ਕੇ ਆਨੇ ਪਿਆ ਪਾਰਟੀ ਦੇ ਵਿੱਚ, ਵੀ ਉਹ ਇੱਕ ਹੁੰਦਾ ਨਾ ਆਪਾਂ ਜਿੰਦੇ ਨਾਲ ਸਪੋਰਟ ਕਰਨੇ ਦਿਲੋਂ, ਤੇ ਆਪਾਂ ਨੂੰ ਇਹ ਹੁੰਦਾ ਵੀ ਬੰਦਾ ਕਿਸੇ ਪਾਸੋਂ ਮਾਰ ਨਾ ਖਾ ਜੀ। ਹਾਂ, ਜਿਵੇਂ ਉਹ ਇਲੈਕਸ਼ਨਾਂ ਦੇ ਵਿੱਚ ਵੀ ਹੁੰਦਾ ਹੀ ਹੈ, ਤੁਹਾਨੂੰ ਪਤਾ ਹੈ ਵੀ ਕਈ ਵਾਰੀ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ। ਸਪੋਰਟ ਇੱਕ ਹੁੰਦਾ, ਜਿਵੇਂ ਇੱਕ ਆਪਾਂ ਕਹਿ ਲੈਂਦੇ ਆ ਵੀ ਇੱਕ ਹੁੰਦੀ ਸਪੋਰਟ, ਆਪਾਂ ਕਹਿ ਲਈਏ ਵੀ ਮੋਰਲੀ ਸਪੋਰਟ, ਇੱਕ ਫਾਈਨੈਂਸ਼ੀਅਲੀ ਸਪੋਰਟ। ਫਾਈਨੈਂਸ਼ੀਅਲੀ ਸਪੋਰਟ ਦਿੱਤੀ ਇੱਕ ਇਸ ਤਰੀਕੇ ਦੀ ਵੀ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਪੇਮੈਂਟ ਆਣੀ ਹੈ ਕਿਸੇ ਪਾਸੋਂ, ਮੈਂ ਤੁਹਾਨੂੰ ਵਾਪਸ ਕਰ ਦਾਂਗਾ। ਅਗਰ ਮੈਂ ਮੰਨ ਲਓ ਪਾਰਟੀ ਫੰਡ ਦੇਣਾ ਹੁੰਦਾ ਤਾਂ ਮੈਂ ਪਾਰਟੀ ਅਕਾਊਂਟ 'ਚ ਦਿੰਦਾ, ਇਹਨਾਂ ਨੂੰ ਨਾ ਦਿੰਦਾ, ਉਹਨਾਂ ਦੇ ਪਰਸਨਲ ਅਕਾਊਂਟ 'ਚ ਪੇਮੈਂਟ ਟ੍ਰਾਂਸਫਰ ਕੀਤੀ। ਤੇ ਸਾਰੇ ਪੈਸੇ ਤੁਸੀਂ ਚੋਣਾਂ ਤੋਂ ਪਹਿਲਾਂ ਦਿੱਤੇ ਕਦੋਂ? ਹਾਂ ਜੀ, ਇਹ ਮਤਲਬ ਜਿਵੇਂ ਕਹੋ ਚੋਣਾਂ ਤੋਂ ਪਹਿਲਾਂ, ਜਿਵੇਂ ਆਪਾਂ ਕਹਿ ਲੈਂਦੇ ਆ ਇੱਕ ਐਂਟਰੀ ਇਹ ਉਹ ਚੋਣਾਂ ਤੋਂ ਪਹਿਲਾਂ ਦੀ ਇਸ ਤਰੀਕੇ ਆ ਵੀ ਉਦੋਂ ਮੇਰੇ ਖਿਆਲ ਸ਼ਾਇਦ ਵੋਟਾਂ ਵੀ ਨਹੀਂ ਪਈਆਂ ਸੀ। ਦੂਸਰੀ ਐਂਟਰੀ ਉਹ ਇਲੈਕਸ਼ਨ ਤੋਂ ਜਿਵੇਂ ਆਪਾਂ ਰਿਜ਼ਲਟ ਆਉਣ ਤੋਂ ਪਹਿਲਾਂ ਦੀ, ਇਸ ਤਰ੍ਹਾਂ। ਤੇ ਰੌਲਾ ਕੀ ਪੈ ਗਿਆ ਹੁਣ ਇੰਨਾ ਤੁਸੀਂ ਇੰਨੀ ਛੇਤੀ ਉਹ ਹੋ ਗਏ, ਉਦੋਂ ਬਾਅਦ ਤਾਂ ਉਹ ਐਮਐਲਏ ਬਣਦੇ ਨੇ, ਜਿੱਤਦੇ ਨੇ, ਫਿਰ ਮੰਤਰੀ ਬਣਦੇ ਨੇ, ਦੇ ਦੇਣਗੇ ਕੋਈ ਨਹੀਂ? ਨਹੀਂ ਭਾਜੀ, ਰੋਲਾ ਦਾ ਕੋਈ ਨਹੀਂ ਹੋਇਆ ਵੀ ਪੇਮੈਂਟ ਮੰਗੀ ਵਾਰ-ਵਾਰ, ਮੈਂ ਮੇਰੇ ਤੇ ਪਰਚਾ ਵੀ ਇਹਨਾਂ ਨੇ ਕਰਵਾਇਆ ਉਸੇ ਮਸਲੇ ਨੂੰ ਹੀ ਲੈ ਕੇ। ਵੀ ਇੱਕ ਜਿਵੇਂ ਇੱਕ ਬੰਦੇ ਨੂੰ ਹੁੰਦਾ ਨਾ ਹੰਕਾਰ ਹੋ ਜਾਂਦਾ ਵੀ ਮੈਂ ਇੱਕ ਮੰਤਰੀ ਬੰਦਾ ਤੇ ਇਹ ਇੱਕ ਸਿੰਪਲ ਬੰਦਾ ਮੇਰੇ ਤੋਂ ਪੈਸੇ ਮੰਗ ਰਿਹਾ, ਉਹ ਚੀਜ਼ ਇਹ ਵੀ ਪੈਸੇ ਮੰਗੇ ਤੇ ਜਦੋਂ ਇਹਨਾਂ ਨੇ ਨਾ ਵਾਪਸ ਕੀਤੇ ਜਾਂ ਨਹੀਂ ਗੱਲ ਗੋਲੀ, ਤੇ ਫਿਰ ਇਹਨਾਂ ਨੇ ਮੇਰੇ ਤੇ ਇੱਕ ਜਿਵੇਂ ਕਹ ਲਓ ਝੂਠਾ ਐਲੀਗੇਸ਼ਨ ਆਪਾਂ ਕਹਿ ਲਈਏ, ਜਾਂ ਉਹ ਤੁਸੀਂ ਉਹਦੇ ਵਿੱਚ ਕੁਝ ਕਹਿ ਸਕਦੇ ਜੇ ਵੀ ਸਾਡੀਆਂ ਵੀ ਗਲਤੀ ਰਹੀ ਜਾਂ ਕੁਝ ਕਹਿ ਸਕਦੇ ਆ ਵੀ ਇਹ ਹੈ ਵੀ ਉਹਨਾਂ ਵੱਲੋਂ ਆਪ ਹੀ ਪਹਿਲਾਂ ਕਰਾਇਆ ਤੇ ਆਪ ਹੀ ਫੜਾਇਆ, ਉਹ ਚੀਜ਼ ਹੋ ਗਈ। ਉਹ ਕਾਹਦਾ ਪਰਚਾ ਕਰਾਤਾ? ਉਹ ਪਰਚਾ ਭਾਜੀ ਇੱਕ ਤਰੀਕੇ ਦਾ ਉਹਦੇ ਚ ਕਈ ਤਰ੍ਹਾਂਵਾਂ ਲੱਗੀਆਂ ਨੇ ਮੇਰੇ ਤੇ, ਵੀ ਜਿਵੇਂ ਕਹ ਲਓ ਮੇਰੀ ਕਾਰ ਹੈਗੀ ਹੋਂਡਾ ਸਿਟੀ, ਤੇ ਉਹ ਯੂਜ਼ ਕਰਦੇ ਸੀ, ਇਹ ਹਲਕੇ ਚ ਜਾਂਦੇ ਆਂਦੇ ਸੀ ਉਹਦੇ ਤੇ, ਸਾਰੇ ਲੋਕਾਂ ਨੂੰ ਪਤਾ ਹੈ। ਜਿੱਤਣ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਤੇ ਆਪ ਟਰੈਵਲ ਕਰਦੇ ਰਹੇ ਨੇ ਉਹਦੇ ਵਿੱਚ, ਜਿੱਥੇ ਜਾਂਦੇ ਰੈਲੀਆਂ 'ਚ ਜਾਂ ਜਿਵੇਂ ਵੀ ਆਪਾਂ ਪਿੰਡਾਂ 'ਚ ਗੇੜਾ ਦਿੰਦੇ ਆ ਤੇ ਉਹ ਨਾਲ ਲਿਜਾਂਦੇ ਰਹੇ। ਤਾਂ ਆਪ ਵੀ ਕਿਹਾ ਵੀ ਗੱਡੀ ਤੇ ਲਾ ਲਾ ਵੀ ਝੰਡਾ, ਜਾਂ ਆਪ ਲਵਾਇਆ ਜਿਵੇਂ ਕਹਿ ਸਕਦੇ ਆਪਾਂ। ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਵਾਪਸ ਮੰਗੀ ਜਾਂ ਮੈਂ ਨਹੀਂ ਉਸ ਚੀਜ਼ ਵਿੱਚ ਐਗਰੀ ਹੋਇਆ ਵੀ ਮੈਂ ਨਾਲ ਨਹੀਂ ਚੱਲਣਾ ਚਾਹੁੰਦਾ, ਤਾਂ ਉਹ ਆਪ ਹੀ ਉਸੇ ਦਿਨ ਹੀ ਉਹ ਬੁਲਾ ਕੇ ਥਾਣੇ ਤੇ ਪਰਚਾ ਕਰਾ ਦਿੱਤਾ ਜਾਂਦਾ। ਨਹੀਂ, ਤੁਹਾਡੀ ਗੱਡੀ ਕਾਫਲੇ 'ਚ ਯੂਜ਼ ਹੁੰਦੀ ਸੀ ਕਿ ਆਪ ਮੰਤਰੀ ਸਾਹਿਬ ਬੰਦੇ ਰਹੇ? ਮੰਤਰੀ ਸਾਹਿਬ ਬੰਦੇ ਰਹੇ ਭਾਜੀ। ਪਰ ਉਹਦਾ ਮੈਨੂੰ ਕੋਈ ਰਿਕਾਰਡ ਨਹੀਂ ਹੈਗਾ ਮੇਰੇ ਕੋਲ, ਵੀ ਜਿਵੇਂ ਇੱਕ ਹੁੰਦਾ ਨਾ ਵੀ ਆਪਣੇ ਕੋਲ ਕੋਈ ਰਿਕਾਰਡ ਹੁੰਦਾ ਜਾਂ ਕੋਈ ਵੀਡੀਓ ਹੁੰਦੀ ਜਾਂ ਕੋਈ ਫੋਟੋ ਹੁੰਦੀ, ਉਹ ਨਹੀਂ ਹੈਗਾ। ਪਰ ਜਿਹੜੇ ਹਲਕੇ 'ਚ ਲੋਕ ਨੇ ਉਹਨਾਂ ਨੂੰ ਪਤਾ ਹੈ ਸਾਰਿਆਂ ਨੂੰ, ਵੀ ਜਿਵੇਂ ਦਿਲੋਂ ਪਤਾ ਉਵੇਂ ਅਗਲਾ ਮੂੰਹ ਤੇ ਨਾ ਕੋਈ ਗੱਲ ਕਰੇ, ਕਿਉਂਕਿ ਸਰਕਾਰ ਦੇ ਵਿੱਚ ਨਹੀਂ, ਅਗਲਾ ਡਰਦਾ ਬੰਦਾ ਗੱਲ ਕਰਨ ਲੱਗਿਆ। ਪਰ ਆਪਾਂ ਨੂੰ ਕਾਹਦਾ ਡਰ ਭਾਜੀ, ਆਪਾਂ ਸੱਚੇ ਬੰਦੇ ਆ, ਆਪਾਂ ਨੂੰ ਕੋਈ ਹੁੰਦੀ ਨਹੀਂ ਹੈਗਾ ਉਸ ਚੀਜ਼ ਦਾ। ਅੱਛਾ, ਜਦੋਂ ਤੁਸੀਂ ਪੈਸੇ ਮੰਗੇ ਉਦੋਂ ਬਾਅਦ ਪਰਚਾ ਕਰਾਤਾ? ਜਦੋਂ ਪੈਸੇ ਮੰਗੇ ਵਾਰ-ਵਾਰ ਕਿਹਾ ਵੀ ਭਾਜੀ ਸਾਡੇ ਪੈਸੇ ਵਾਪਸ ਦਿਓ, ਵੀ ਹਰੇਕ ਬੰਦੇ ਦਾ ਕਾਰੋਬਾਰ ਦਾ ਸਿਸਟਮ ਹੁੰਦਾ ਵੀ ਜਿਵੇਂ ਕੋਈ ਬੰਦਾ ਕੰਮ ਕਰਦਾ ਹੁੰਦਾ, ਇੱਕ ਹੁੰਦਾ ਲਿਮਿਟੇਸ਼ਨ ਹੁੰਦੀ ਹੈ, ਇੱਕ ਦਾਇਰਾ ਹੁੰਦਾ ਵੀ ਅਸੀਂ ਦਾਇਰੇ ਤੋਂ ਬਾਹਰ ਜਾ ਕੇ ਤੁਹਾਨੂੰ ਦਿੱਤੀ ਬੈਠੇ ਹਾਂ, ਅਸੀਂ ਆਪਦੀਆਂ ਵੀ ਲੋੜਾਂ ਪੂਰੀਆਂ ਕਰਨੀਆਂ ਜਾਂ ਜ਼ਿਮੀਂਦਾਰਾਂ ਨੂੰ ਵੀ ਦੇਣੀਆਂ, ਕਿਉਂਕਿ ਸਾਡਾ ਆੜਤ ਦਾ ਕੰਮ ਹੈ ਬੇਸਿਕਲੀ। ਤੇ ਉਹ ਆੜਤ ਦੇ ਕੰਮ ਦੇ ਵਿੱਚ ਤਾਂ ਜਿਵੇਂ ਕਹ ਲਓ ਵੀ ਇੱਕ ਤਰ੍ਹਾਂ ਦਾ ਜ਼ਿਮੀਂਦਾਰਾਂ ਦਾ ਬੈਂਕ ਹੀ ਹੁੰਦਾ ਆੜਤੀਆ। ਤਾਂ ਉਹ ਉਹਨਾਂ ਨੂੰ ਮੰਗੇ ਤੇ ਫਿਰ ਉਹਨਾਂ ਨੇ ਦੇਣ ਦੀ ਬਜਾਏ ਉਹਨਾਂ ਨੂੰ ਆਹ ਚੀਜ਼ ਵਧੀਆ ਲੱਗੀ ਵੀ ਮੈਂ ਥੋੜਾ ਜਿਹਾ ਪ੍ਰੈਸ਼ਰ ਪਾਣਾ ਤੇ ਸ਼ਾਇਦ ਇਹ ਝੁਕ ਜੂ, ਪਰ ਆਪਾਂ ਕਾਹਦਾ ਝੁਕਣਾ ਭਾਜੀ, ਸੱਚਾ ਬੰਦਾ ਨਹੀਂ ਝੁਕਦਾ ਕਦੇ ਵੀ। ਉਦੋਂ ਬਾਅਦ ਤੁਸੀਂ ਕੇਸ ਫਾਈਲ ਕਰ? ਉਸ ਤੋਂ ਬਾਅਦ ਨਹੀਂ ਕੇਸ ਫਾਈਲ ਕੀਤਾ, ਉਸ ਤੋਂ ਬਾਅਦ ਮੈਂ ਜੇਲ੍ਹ 'ਚ ਜਾਣਾ ਭਾਜੀ, 3-4 ਦਿਨਾਂ ਬਾਅਦ ਮੇਰੀ ਜ਼ਮਾਨਤ ਹੁੰਦੀ ਹੈ, ਮੈਂ ਬਾਹਰ ਆਣਾ, ਤਾਂ ਉਹਨੇ ਨੂੰ ਇਹ ਰੌਲਾ ਪੈ ਜਾਂਦਾ ਜਿਹੜਾ ਉਹ ਆਡੀਓ ਵਾਲਾ ਤੁਸੀਂ ਆਪਾਂ ਗੱਲ ਕੀਤੀ ਅੱਗੇ ਵੀ ਜੀ, ਤਾਂ ਉਹਦੀ ਵੇਟ ਕਰਨੇ ਆ ਵੀ ਦੇਖਣੇ ਆ ਕੀ ਕਰਦੇ ਆ, ਵੀ ਫਿਰ ਵੀ ਮੈਸੇਜ ਲਗਾਉਂਦੇ ਰਹੇ ਬੰਦਿਆਂ ਥਰੂ, ਵੀ ਜਿਵੇਂ ਸੱਜਣਤਾ ਹੀ ਹੁੰਦੀ ਹੈ ਕਈ ਬੰਦਿਆਂ ਦੇ ਨਾਲ, ਹੋ ਸਕਦਾ ਕੁਝ ਬੰਦੇ ਮੈਨੂੰ ਜਾਣਦੇ ਆ, ਕੁਝ ਤੁਹਾਨੂੰ ਜਾਣਦੇ ਆ, ਕੋਈ ਆਪਣੇ ਕਲੋਜ਼ ਫਰੈਂਡ ਨੇ, ਤਾਂ ਉਹਨਾਂ ਨੂੰ ਕਿਹਾ, ਉਹ ਪਹਿਲਾਂ ਲਾਰੇ ਲਾਉਂਦੇ ਰਹੇ ਉਹਨਾਂ ਨੂੰ, ਮੈਂ ਦੇ ਦਿੰਦਾ, ਮੈਂ ਅੱਜ ਮੈਨੂੰ ਇੱਥੋਂ ਆਣੇ ਉੱਥੋਂ ਆਣੇ, ਤੇ ਜਦੋਂ ਨਾ ਦਿੱਤੇ ਉਹਨਾਂ ਨੇ ਫਿਰ ਅੱਕ ਕੇ ਜਿਵੇਂ ਕਹ ਲਓ ਇੱਕ ਬੰਦਾ ਸਟੈਪ ਚੱਕਦਾ, ਇਹ ਸਟੈਪ ਚੱਕਣਾ ਪਿਆ ਜੀ। ਕਿਤੇ ਹੋਰ ਗੱਲ ਤਾਂ ਨਹੀਂ ਕੋਈ? ਕਿਉਂਕਿ ਬਹੁਤ ਸਾਰਾ ਜਦੋਂ ਲੀਡਰ ਇੱਕ ਐਮਐਲਏ ਤੋਂ ਵੱਡਾ ਲੀਡਰ ਬਣਦਾ ਤੇ ਦੂਜੇ ਨਾਲਦਿਆਂ ਨੂੰ ਵੀ ਬਹੁਤ ਸਾਰੀਆਂ ਹੋ ਜਾਂਦੀਆਂ ਵੀ ਅਸੀਂ ਆ ਫਲਾਨੀ ਲੋੜ ਪੂਰੀ ਕਰੀਏ, ਫਲਾਨੀ ਲੋੜ, ਉਦੋਂ ਬਾਅਦ ਤਾਂ ਨਹੀਂ ਰੌਲਾ ਪੈ ਗਿਆ ਕਿਤੇ? ਭਾਜੀ ਲੋੜ ਮੇਰੀ ਉਹ ਕੀ ਪੂਰੀ ਕਰਨਗੇ? ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਇੱਕ ਬੰਦਾ ਮੇਰੀ ਕੀ ਲੋੜ ਹੋ ਸਕਦੀ ਹੈ? ਇੱਕ ਆਮ ਬੰਦੇ ਦੀ ਇੱਕ ਐਮਐਲਏ ਜਾਂ ਇੱਕ ਮੰਤਰੀ ਨਾਲ ਕੀ ਲੋੜ ਹੋ ਸਕਦੀ? ਕੋਈ ਲੋੜ ਨਹੀਂ। ਗਲਤ ਬੰਦਿਆਂ ਦੀਆਂ ਲੋੜਾਂ ਜ਼ਰੂਰ ਹੁੰਦੀਆਂ, ਪਰ ਉਹ ਉਸ ਤਰ੍ਹਾਂ ਦੇ ਬੰਦੇ ਨਹੀਂ ਅਸੀਂ। ਲੋਕਾਂ ਨੂੰ ਪਤਾ ਸਾਰਿਆਂ ਨੂੰ ਵੀ ਇਹ ਕਿਸ ਤਰ੍ਹਾਂ ਦੀ ਕਪੂਰ ਫੈਮਿਲੀ ਹੈ ਜਾਂ ਸਾਡਾ ਪਰਿਵਾਰ ਦਾ ਪਿਛੋਕੜ ਕੀ ਹੈਗਾ, ਕੋਈ ਮਤਲਬ ਇਸ ਤਰ੍ਹਾਂ ਦੀ ਨਹੀਂ ਗੱਲ ਹੈਗੀ। ਪਰ ਜਦੋਂ ਅਸੀਂ ਪੇਮੈਂਟ ਦਿੱਤੀਆਂ, ਅਸੀਂ ਸਹਾਇਤਾ ਕੀਤੀ, ਉਦੋਂ ਤਾਂ ਇਹ ਵੀ ਨਹੀਂ ਪਤਾ ਸੀ ਵੀ ਕੋਈ ਕਿਸੇ ਨੂੰ ਵੀ ਉਹ ਜਿੱਤਣਗੇ ਕਿ ਨਹੀਂ ਜਿੱਤਣਗੇ। ਇੱਕ ਜਿਵੇਂ ਕਹ ਲਓ ਵੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਕੋਈ ਚਾਹ ਦਾ ਕੱਪ ਨਹੀਂ ਪਿਆਉਂਦਾ ਸੀ ਜਿੰਨਾ ਟਾਈਮਾਂ 'ਚ ਅਸੀਂ ਪੈਸੇ ਦਿੱਤੇ। ਇਹ ਵੀ ਚੀਜ਼ ਨਾਲ ਹੈ ਨਾ ਭਾਜੀ।
ਅਗਰ ਮੈਂ ਉਹ ਮੰਤਰੀ ਬਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੈਸੇ ਦਿੰਦਾ ਤਾਂ ਫਿਰ ਤੁਹਾਡਾ ਇਹ ਸਵਾਲ ਜਾਇਜ਼ ਸੀ ਵੀ ਹੋ ਸਕਦਾ ਇਹਨੇ ਕੋਈ ਲਾਲਚ ਦੇ ਜਾਂ ਕੋਈ ਲੋਭ ਜਾਂ ਕੋਈ ਚੇਅਰਮੈਨੀ ਦੇ ਚੱਕਰ ਦੇ ਵਿੱਚ ਪੈਸੇ ਦੇ ਦਿੱਤੇ, ਪਰ ਨਹੀਂ, ਇਸ ਤਰ੍ਹਾਂ ਦੀ ਆਪਣੀ ਕੋਈ ਨਾ ਹੀ ਸੋਚ ਰਹੀ ਹੈ ਤੇ ਨਾ ਹੀ ਕਦੇ ਅੱਗੇ ਹੋਊਗੀ। ਪਰ ਕਿੱਥੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਇੱਥੇ ਲੈ ਕੇ ਆਉਣੇ ਹੋ, ਚੋਣ ਲੜਾਉਣੇ ਹੋ, ਸਪੋਰਟ ਕਰਦੇ ਹੋ, ਫਿਰ ਇੰਨੀ ਛੇਤੀ ਐਂ ਵਿਗਾੜ ਕਿਵੇਂ ਪੈ ਗਿਆ? ਵਿਗਾੜ ਭਾਜੀ ਇਸ ਤਰ੍ਹਾਂ ਪੈ ਗਿਆ ਵੀ ਜੋ ਚੀਜ਼ਾਂ ਅਸੀਂ ਸੋਚ ਕੇ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਉਹ ਚੀਜ਼ਾਂ ਤੇ ਖਰੇ ਨਹੀਂ ਉਤਰ ਰਹੇ ਸੀ। ਅਸੀਂ ਵਾਰ-ਵਾਰ ਜਿਵੇਂ ਕਹ ਲਓ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਗਲਤ ਜੀ, ਪਰ ਜਦੋਂ ਇੱਕ ਬੰਦਾ ਇੱਕ ਪੋਸਟ ਤੇ ਪਹੁੰਚ ਜਾਂਦਾ ਤਾਂ ਉਹਨੂੰ ਐ ਲੱਗਦਾ ਵੀ ਮੈਨੂੰ ਕੋਈ ਬੰਦਾ ਗਲਤ ਕਿਵੇਂ ਗਿਆ ਜੀ। ਇੱਕ ਦਿਮਾਗ ਦੇ ਵਿੱਚ ਹੋ ਜਾਂਦੀ ਨਾ ਗੱਲ, ਤਾਂ ਉਹ ਮੈਨੂੰ ਲੱਗਿਆ ਕਿਤੇ ਉਹਨਾਂ ਦੇ ਦਿਮਾਗ 'ਚ ਇਸ ਤਰ੍ਹਾਂ ਦਾ ਹੋ ਗਿਆ, ਪਰ ਨਹੀਂ, ਕੱਢ ਦੇਣਗੇ ਲੋਕ ਛੇਤੀ। ਹਲਕੇ ਦੇ ਵਿੱਚ ਸਭ ਕੁਝ ਸਹੀ ਕੰਮ ਕਰ ਰਹੇ ਸੀ ਕਿ ਨਹੀਂ? ਨਹੀਂ ਭਾਜੀ, ਹਲਕੇ 'ਚ ਨਹੀਂ ਸਹੀ ਕੰਮ ਹੋ ਰਹੇ ਸੀ। ਮਤਲਬ ਇਹਨਾਂ ਚੀਜ਼ਾਂ ਦੇ ਕਈ ਗੱਲਾਂ ਬਣ ਗਈਆਂ, ਜਿੱਥੇ ਗਲਤ ਹੁੰਦੇ ਸੀ ਅਸੀਂ ਕਹਿੰਦੇ ਸੀ ਗਲਤ। ਜਿਹੜਾ ਕੋਈ ਵੀ ਸੱਜਣ ਹੈ, ਸੱਜਣ ਸਹੀ ਉਹ ਹੀ ਹੈ ਭਾਜੀ ਜਿਹੜਾ ਤੁਹਾਡੀ ਕਮੀ ਦੱਸੇ। ਵੀ ਜਿੱਥੇ ਤੁਸੀਂ ਗਲਤ ਹੋ, ਮੇਰੇ ਜਿਵੇਂ ਦੋਸਤ ਨੇ, ਜਿੱਥੇ ਮੈਂ ਗਲਤ ਹੁੰਦਾ ਮੈਂ ਉਹਨਾਂ ਨੂੰ ਕਹਿੰਦਾ ਭਾਜੀ ਤੁਸੀਂ ਸਗੋਂ ਮੈਨੂੰ ਕਿਆ ਕਰੋ। ਉਸ ਬੰਦਾ ਕਦੇ ਵੀ ਆਪਦੀ ਗਲਤੀ ਆਪ ਨਹੀਂ ਫੜ ਸਕਦਾ। ਜਿਹੜਾ ਸਹੀ ਸੱਜਣ ਉਹ ਹੈ ਜਿਹੜਾ ਗਲਤੀ ਅਗਲੇ ਦੀ ਦੱਸੇ, ਅਗਲੇ ਨੂੰ ਪਤਾ ਲੱਗੇ ਵੀ ਬੰਦਾ ਇੱਥੇ ਗਲਤ ਹੈ, ਤੇ ਉਸ ਚੀਜ਼ ਦਾ ਸੁਧਾਰ ਵੀ ਤਾਂ ਹੀ ਹੁੰਦਾ। ਪਰ ਨਹੀਂ, ਕਿਤੇ ਲੀਡਰਾਂ ਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਦਿਨ ਨੂੰ ਦਿਨ ਤੇ, ਜਿਵੇਂ ਕਹਿੰਦੇ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਕਹਿਣ। ਫਿਰ ਉਸ ਤਰੀਕੇ ਦਾ ਚੱਲੀ ਜਾਂਦਾ ਭਾਜੀ, ਆਹ ਗੱਲ ਹੈ। ਤੁਹਾਨੂੰ ਅੱਜ ਐਂ ਲੱਗਦਾ ਵੀ ਤੁਹਾਤੋਂ ਵੀ ਗਲਤੀਆਂ ਹੋ ਗਈਆਂ? ਬਿਲਕੁਲ ਜੀ, ਮੈਂ ਤਾਂ ਆਪਦੀ ਫੇਸਬੁੱਕ ਪੋਸਟ ਤੇ ਵੀ, ਫੇਸਬੁੱਕ ਪ੍ਰੋਫਾਈਲ ਤੇ ਵੀ ਪਾਇਆ ਵੀ ਸਾਡੇ ਕੋਲ ਬੰਦੇ ਦੀ ਚੋਣ ਕਰਨ ਦੇ ਵਿੱਚ ਗਲਤੀ ਹੋ ਗਈ, ਤੇ ਮੈਂ ਪਰਸਨਲੀ ਉਸ ਚੀਜ਼ ਦੇ ਵਿੱਚ ਆਪਦੇ ਆਪ ਨੂੰ ਗੁਨੇਗਾਰ ਮੰਨਣਾ ਵੀ ਅਸੀਂ ਆਪ ਘਰ ਘਰ ਜਾ ਕੇ, ਦਰ ਦਰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ। ਅੱਜ ਕਿਤੇ ਨਾ ਕਿਤੇ ਉਹ ਲੋਕਾਂ ਦੇ ਨਾਲ ਅਸੀਂ ਵੀ ਠੱਗੇ ਮਹਿਸੂਸ ਹੋ ਰਹੇ ਹਾਂ। ਮਤਲਬ ਆਪ ਨੂੰ ਹੋ ਰਿਹਾ ਵੀ ਕਿਤੇ ਗਲਤੀ ਹੋ ਗਈ, ਥੋੜਾ ਜਿਹਾ ਹੋਰ ਘੋਖ ਲੈਂਦੇ ਜਾਂ ਹੋਰ ਪੜਤਾਲ ਕਰ ਲੈਂਦੇ ਬੰਦੇ ਦੀ। ਪਰ ਕਈ ਵਾਰੀ ਹੁੰਦਾ ਭਾਜੀ, ਪਤਾ ਕੀ, ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਜਾਂ ਰਾਹ ਪੈ ਜਾਣੀ ਹੈ ਵਾਹ ਪੈ ਜਾਣੀ ਹੈ। ਉਹੀ ਗੱਲ ਹੈ ਵੀ ਜਿੰਨਾ ਚਿਰ ਆਪਾਂ ਕਿਸੇ ਬੰਦੇ ਨਾਲ ਵਰਤਦੇ ਨਹੀਂ, ਜਾਂ ਜਿੰਨਾ ਚਿਰ ਕਿਸੇ ਬੰਦੇ ਦੇ ਨਾਲ ਵਿਚਰਦੇ ਨਹੀਂ, ਉਹਨਾਂ ਚਿਰ ਕਿਸੇ ਬਾਰੇ ਧਾਰਨਾ ਨਹੀਂ ਬਣਾ ਸਕਦੇ। ਤਾਂ ਉਦੋਂ ਪਹਿਲਾਂ ਲੱਗਿਆ ਗੱਲਾਂ ਤੋਂ ਵੀ ਉਹਨਾਂ ਨੇ ਆਪਦਾ ਅਸਲੀ ਕਿਰਦਾਰ ਛੁਪਾ ਕੇ ਰੱਖਿਆ। ਕਿਉਂਕਿ ਹੁੰਦਾ ਨਾ, ਇੱਕ ਬੰਦਾ ਹੁੰਦਾ ਅਸਲੀ ਕਿਰਦਾਰ ਜੋ ਉਹ ਆਪਦੇ ਮੂੰਹ ਤੇ ਸਾਹਮਣੇ ਹੁੰਦਾ, ਉਹਨਾਂ ਨੇ ਉਸ ਚੀਜ਼ ਨੂੰ ਬਿਹਾਈਂਡ ਦਾ ਕਰਟਨ ਰੱਖਿਆ, ਪਰਦੇ ਦੇ ਪਿੱਛੇ ਰੱਖਿਆ। ਤਾਂ ਉਹ ਕਿਤੇ ਨਾ ਕਿਤੇ ਗਲਤੀ ਹੋਈ ਉਸ ਚੀਜ਼ ਦੇ ਵਿੱਚ, ਮੰਨਦੇ ਆ ਉਸ ਚੀਜ਼ ਨੂੰ। ਗੁਰੂ ਹਰਸਾਏ ਦੇ ਵਿੱਚ ਪਹਿਲਾਂ ਤੋਂ ਜੇ ਆਪਾਂ ਦੇਖਦੇ ਹਾਂ ਬਹੁਤ ਵੱਡੇ ਵੱਡੇ ਲੀਡਰ ਰਹੇ, ਖਾਸ ਕਰਕੇ ਸੋਡੇ ਏਰੀਆ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ, ਕਾਲੀ ਕਾਂਗਰਸੀ ਜੀ। ਸੋਡੇ ਏਰੀਆ 'ਚ ਬਦਲਾਅ ਆਇਆ? ਨਹੀਂ ਭਾਜੀ, ਅਸੀਂ ਇਸ ਚੀਜ਼ ਨੂੰ ਜਿਵੇਂ ਕਹਿੰਦੇ ਨੇ, ਸੱਚ ਜਿਹੜਾ ਹੁੰਦਾ ਉਹ ਛੁਪਾਇਆ ਨਹੀਂ ਛੁਪ ਸਕਦਾ। ਸਾਡੇ ਏਰੀਆ 'ਚ ਅਜੇ ਤੱਕ ਕੋਈ ਬਦਲਾਅ ਨਹੀਂ ਆਇਆ। ਫੌਜਾ ਸਿੰਘ ਸਰਾਰੀ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਅਸੀਂ ਕਹਿ ਸਕੀਏ ਕਿ ਬਦਲਾਅ ਆਏ। ਮਤਲਬ ਉਹ ਅਜੇ ਜਿਹੜੇ ਗੱਲਾਂ ਕਰਕੇ ਜਾਂ ਜਿਹੜੀਆਂ ਵਾਅਦੇ ਕਰਕੇ ਉਹ ਲੋਕਾਂ ਨੂੰ, ਜਾਂ ਜਿਹੜੇ ਅਸੀਂ ਕਹਿ ਲਈਏ ਵੀ ਅਸੀਂ ਜੋ ਵਾਅਦੇ ਕਰਕੇ ਲੋਕਾਂ ਨੂੰ, ਆਮ ਆਦਮੀ ਪਾਰਟੀ ਨੂੰ ਜਾਂ ਫੌਜਾ ਸਿੰਘ ਸਰਾਰੀ ਨੂੰ ਗੁਰੂ ਹਰਸਾਏ ਹਲਕੇ ਤੋਂ ਵੋਟ ਪਵਾਈ ਸੀ, ਵੀ ਉਸ ਚੀਜ਼ ਦੇ ਉੱਤੇ ਲੋਕ ਨਿਰਾਸ਼ ਨੇ। ਲੋਕ ਛੱਡੋ, ਵਰਕਰ ਤੱਕ ਨਿਰਾਸ਼ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਨਾ, ਉਹ ਵੀ ਨਿਰਾਸ਼ ਨੇ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਿਹਾ ਵੀ ਕਿ ਸਾਡੇ ਕੋਲ ਗਲਤੀ ਹੋਈ। ਤੇ ਹੁਣ ਤੁਸੀਂ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਦੱਸਦੇ ਵੀ ਵਰਕਰ ਦੇ ਪੈਸੇ ਨੱਪ ਗਿਆ ਸਾਬਕਾ ਮੰਤਰੀ? ਬਿਲਕੁਲ, ਸਾਰਿਆਂ ਨੂੰ ਪਤਾ ਭਾਜੀ। ਮਤਲਬ ਪਹਿਲਾਂ ਪਾਰਟੀ ਕੋਰਮ ਤੇ ਆਵਾਜ਼ ਉਠਾਈ ਹੈ, ਪਾਰਟੀ ਨੂੰ ਪਤਾ, ਜਿੰਨੇ ਵੀ ਅਹੁਦੇਦਾਰ ਨੇ, ਸਾਹਿਬਾਨ ਨੇ, ਸਭ ਤੱਕ ਇਹ ਗੱਲ ਪਹੁੰਚ ਚੁੱਕੀ ਹੋਈ ਹੈ ਵੀ ਇਸ ਤਰੀਕੇ ਨਾਲ ਇਸ ਬੰਦੇ ਨੇ ਸਾਰੀ ਗੱਲ, ਮਤਲਬ ਜਿਵੇਂ ਕਹ ਲਓ ਵੀ ਜੱਗ ਜਾ ਰਹੇ। ਪਰ ਥੋੜਾ ਜਿਹਾ ਹੁੰਦਾ ਨਾ, ਹਰ ਬੰਦੇ ਦੀ ਅਲੱਗ, ਜਿਵੇਂ ਕਹ ਲਓ ਆਪਾਂ ਕਹਿੰਦੇ ਵੀ ਸੋਚ ਹੁੰਦੀ ਹੈ। ਕੋਈ ਬੰਦਾ ਸੱਚ ਨੂੰ ਸੱਚ ਕਹਿ ਦਿੰਦਾ, ਕੋਈ ਬੰਦਾ ਨਹੀਂ ਕਹਿ ਸਕਦਾ। ਕਈਆਂ ਨੂੰ ਡਰ ਹੁੰਦਾ, ਕਈਆਂ ਨੂੰ ਲਾਲਚ ਹੁੰਦਾ, ਚੇਅਰਮੈਨੀਆਂ ਦਾ ਹੁੰਦਾ ਹੀ ਹੈ। ਤਾਂ ਉਹ ਨਹੀਂ ਕਹਿੰਦੇ ਜਿਹੜੇ ਨਾ ਕਹਿਣ, ਪਰ ਆਪਣਾ ਤਾਂ ਜ਼ਮੀਰ ਜਾਗਦੀ ਬਈ ਆਪਾਂ ਤਾਂ ਕਵਾਂਗੇ। ਹਲਕੇ ਦੇ ਵਿੱਚ ਹੋਰ ਕੁਝ ਵੀ ਦੇਖਣ ਨੂੰ ਤੁਹਾਨੂੰ ਮਿਲਿਆ? ਕਹਿੰਦੇ ਪਰਿਵਾਰ ਦੀ ਬਹੁਤ ਵੱਡੀ ਭੂਮਿਕਾ ਰਹੀ। ਬਿਲਕੁਲ ਭਾਜੀ, ਪਰਿਵਾਰ ਦੀ ਪਹਿਲਾਂ ਬਹੁਤ ਵੱਡੀ ਭੂਮਿਕਾ ਸੀ। ਇਹਨਾਂ ਦੀ ਬੇਟੀ ਦੀ ਕਾਫੀ ਇੰਟਰਫੇਰੈਂਸ ਹੈਗੀ ਸੀਗੀ, ਪਰ ਹੋਣੀ ਨਹੀਂ ਚਾਹੀਦੀ ਸੀਗੀ, ਵੀ ਹੈਗੀ ਸੀ ਇੰਟਰਫੇਰੈਂਸ। ਜਦੋਂ ਤੋਂ ਮੰਤਰੀ ਪਦ ਤੋਂ ਜਿਵੇਂ ਕਹ ਲਓ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਸ਼ਾਇਦ ਉਹ ਹਲਕੇ 'ਚ ਹੁਣ ਉਸ ਤਰ੍ਹਾਂ ਨਹੀਂ ਵਿਚਰ ਰਹੀ। ਪਹਿਲਾਂ ਵਿਚਰ ਰਹੇ ਸੀ, ਹੁਣ ਤਾਂ ਫਿਰ ਉਹ ਆਪ ਹੀ, ਜਿਵੇਂ ਕਹ ਲਓ ਫੌਜਾ ਸਿੰਘ ਜੀ ਆਇਆ, ਉਹਨਾਂ ਦੇ ਪਰਿਵਾਰਕ ਮੈਂਬਰ ਵੀ, ਜਿਵੇਂ ਉਹਨਾਂ ਦਾ ਇੱਕ ਭਤੀਜਾ ਸ਼ਾਇਦ, ਭਾਂਜਾ ਬਲਵੰਤ ਸਿੰਘ ਲਾਡੀ, ਉਹ ਵੀ, ਉਹਦੀ ਇੰਟਰਫੇਰੈਂਸ ਹੈਗੀ। ਪਰਿਵਾਰ ਦੀ ਇੰਟਰਫੇਰੈਂਸ ਤਾਂ ਭਾਜੀ ਹੈਗੀ। ਆਹ ਗੱਲ ਹੈ। ਤੇ ਲੋਕਾਂ ਦੇ ਭਲੇ ਲਈ ਕੁਝ ਨਹੀਂ ਹੋਇਆ ਹੱਲੇ ਤੱਕ? ਨਹੀਂ ਅਸੀਂ ਕਹਿ ਸਕਦੇ ਵੀ ਲੋਕਾਂ ਵਾਸਤੇ ਇਹਨਾਂ ਨੇ ਕੁਝ ਕੀਤਾ। ਆਉਣ ਵਾਲੇ ਸਮੇਂ 'ਚ ਕੁਝ ਕਰਨਗੇ ਤਾਂ ਚੰਗਾ ਵੀ ਕਹਾਂਗੇ ਜੀ। ਚੰਗੇ ਨੂੰ ਚੰਗਾ ਕਹਿਣਾ ਚਾਹੀਦਾ, ਜਿੱਥੇ ਗਲਤ ਹੈ ਉੱਥੇ ਗਲਤ ਵੀ ਕਹਿਣਾ ਚਾਹੀਦਾ। ਤੇ ਕੱਲ ਨੂੰ ਜੇ ਕਿਤੇ ਉਹਨਾਂ ਨੇ ਇਹੋ ਜਿਹੀ ਗੱਲ ਸਾਹਮਣੇ ਲੈ ਕੇ ਰੱਖਤੀ ਵੀ ਸਾਥੋਂ ਤਾਂ ਇੱਕ ਕਪੂਰ ਪਰਿਵਾਰ ਜਾਂ ਜੌਨੀ ਕਪੂਰ ਫਲਾਨੀ ਚੀਜ਼ ਮੰਗਦਾ ਸੀ, ਤਾਂ ਕਰਕੇ ਸਾਰੀਆਂ ਗੱਲਾਂ ਖਰਾਬ ਹੋਣਗੀਆਂ? ਨਹੀਂ ਜੀ, ਅਗਰ ਇਸ ਤਰੀਕੇ ਦੀ ਚੀਜ਼ ਹੈ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ, ਮੀਡੀਆ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਵੀ ਉਹਨਾਂ ਨੂੰ ਪਰਦੇ ਤੇ ਆਉਣ ਜਾਂ ਮੀਡੀਆ 'ਚ ਆਉਣ ਤੇ ਦੱਸਣ, ਆਪਦਾ ਪੱਖ ਦੇਣ। ਆਪਦੇ ਪੱਖ ਤੋਂ ਭੱਜ ਕਿਉਂ ਰਹੇ ਨੇ? ਕਿਤੇ ਨਾ ਕਿਤੇ ਮੈਂ ਸੱਚਾ, ਤੇ ਮੈਂ ਅੱਜ ਤਾਂ ਤੁਹਾਨੂੰ ਇੰਟਰਵਿਊ ਦੇ ਰਿਹਾ। ਜੇ ਮੇਰੇ 'ਚ ਵੀ ਕੋਈ ਖੋਟ ਹੁੰਦੀ ਤਾਂ ਮੈਂ ਦੇਣਾ ਨਹੀਂ ਸੀ ਭਾਜੀ। ਮੈਂ ਵੀ ਤੁਹਾਡਾ ਫੋਨ ਚੱਕ ਕੇ ਤੇ ਕਹਿ ਦੇਣਾ ਸੀ ਭਾਜੀ ਮੈਂ ਬਿਜ਼ੀ ਹਾਂ, ਮੈਂ ਫਿਰ ਕਰਨਾ ਗੱਲ। ਇਹ ਗੱਲ। ਤੁਹਾਨੂੰ ਕੋਈ ਲੋਭ ਲਾਲਚ ਨਹੀਂ ਸੀ? ਨਾ ਭਾਜੀ, ਕੋਈ ਲੋਭ ਲਾਲਚ ਨਹੀਂ।
ਪਰਮਾਤਮਾ ਤੋਂ ਮੰਗੀਏ, ਬੰਦੇ ਦੀ ਲੋੜ ਨਹੀਂ ਪੂਰੀ ਕਰ ਸਕਦਾ। ਪਰਮਾਤਮਾ ਦਵੇ ਤਾਂ ਸਭ ਕੁਝ ਹੁੰਦਾ, ਬੰਦਾ ਨਹੀਂ ਕੁਝ ਵੀ ਦੇ ਸਕਦਾ ਕਿਸੇ ਨੂੰ। ਹੁਣ ਫਿਰ ਉਹ ਮਾਮਲੇ ਦੇ ਵਿੱਚ ਸੰਮਣ ਹੋਏ ਵੇ ਜੀ ਸਮਨਿੰਗ ਹੋਈ ਇਹਨਾਂ ਨੂੰ, ਮਤਲਬ 12/4 ਦੀ ਡੇਟ ਹੈ, ਦੇਖਦੇ ਕੀ ਬਣਦਾ, ਆਉਂਦੇ ਨੇ ਕਿ ਨਹੀਂ ਆਉਂਦੇ। ਜੇ ਪੰਜਾਬ ਦੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ, ਖਾਸ ਕਰਕੇ ਜੇ ਉਸ ਰਾਜਨੀਤਿਕ ਪੱਖ ਤੋਂ ਹੀ ਦੇਖੀਏ, ਜਿਵੇਂ ਤੁਸੀਂ ਸਪੋਰਟ ਕਰੀ ਆ ਨਵੀਂ ਪਾਰਟੀ ਦੀ, ਤੁਹਾਨੂੰ ਕੀ ਲੱਗਦਾ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ? ਪੰਜਾਬੀਆਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਬੰਦਾ ਵੇਖੋ, ਪਰਖੋ, ਵਿਚਰੋ, ਫਿਰ ਵੋਟ ਪਾਓ, ਗਲਤੀ ਨਾ ਕਰੋ ਉਸ ਚੀਜ਼ ਦੇ ਵਿੱਚ। ਕਈ ਵਾਰ ਕੀ ਹੁੰਦਾ, ਪਾਰਟੀ ਭਾਜੀ ਇਸ ਤਰੀਕੇ ਆ, ਪਾਰਟੀ ਨੂੰ ਨਹੀਂ ਆਪਾਂ ਇਸ ਚੀਜ਼ ਦੇ ਵਿੱਚ ਕਹਿ ਸਕਦੇ, ਪਾਰਟੀ ਦਾ ਅਲੱਗ ਸਿਸਟਮ ਹੈ। ਮਤਲਬ ਜਿਵੇਂ ਕਹ ਲਓ ਆਪਣੇ CM ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ, ਜਿੱਥੇ ਉਹ ਕਰ ਰਹੇ ਨੇ, ਆਪਾਂ ਜਿਹੜਾ ਬੰਦਾ ਸਹੀ ਕਰ ਰਿਹਾ ਭਾਵੇਂ ਉਹ ਸਾਡੇ ਤੋਂ ਕਈ ਵਾਰੀ ਐ ਹੁੰਦਾ ਨਾ ਵੀ ਵਿਰੋਧੀ ਨੂੰ ਵੀ ਸਲਾਹਣਾ ਚਾਹੀਦਾ ਜਿੱਥੇ ਉਹ ਸਹੀ ਹੈ, ਪਰ ਜਿੱਥੇ ਗਲਤ ਹੈ ਉੱਥੇ ਆਪਦੇ ਨੂੰ ਵੀ ਕਹਿਣਾ ਚਾਹੀਦਾ ਵੀ ਤੂੰ ਗਲਤ ਹੈ। ਸੁਧਾਰ ਫਿਰ ਹੁੰਦਾ, ਐਵੇਂ ਨਹੀਂ ਹੁੰਦਾ ਸੁਧਾਰ। ਇਹ ਗੱਲ ਤੁਹਾਨੂੰ ਲੱਗਦਾ ਵੀ ਤੁਹਾਡੇ ਇਸ ਸਾਰੇ ਸਿਸਟਮ ਦੇ ਵਿੱਚ ਕੁਝ ਬਾਂਹ ਫੜੀ ਜਾਊਗੀ ਕਿ ਨਹੀਂ? ਸਾਨੂੰ ਪੂਰੀ ਉਮੀਦ ਹੈ ਭਾਜੀ ਪਾਰਟੀ ਦੇ ਉੱਤੇ। ਪਾਰਟੀ ਤੱਕ ਸਾਡਾ ਮਸਲਾ ਪਹੁੰਚਿਆ ਹੈ, ਪਹਿਲੇ ਵੀ ਪਹੁੰਚਿਆ ਸੀ ਤੇ ਹੁਣ ਵੀ ਪਹੁੰਚਿਆ ਹੈ। ਉਮੀਦ ਹੈ ਕਰਨਗੇ, ਉਮੀਦ ਹੀ ਦੁਨੀਆ ਕਾਇਮ ਹੈ। ਉਮੀਦ ਹੈ ਪਾਰਟੀ ਇਸ ਚੀਜ਼ ਦਾ ਲਏਗੀ ਨੋਟਿਸ ਵੀ ਇਹ ਬੰਦਾ ਕੀ ਕਰ ਰਿਹਾ। ਖਾਸ ਕਰਕੇ ਜੇ ਨਸ਼ੇ ਨੂੰ ਲੈ ਕੇ, ਖਾਸ ਕਰਕੇ ਇਹ ਏਰੀਏ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਉੱਠਦੀਆਂ ਗਈਆਂ, ਨਸ਼ੇ ਨੂੰ ਲੈ ਕੇ ਠੱਲ ਪਈ ਹੈ ਕਿ ਨਹੀਂ? ਨਸ਼ਾ ਭਾਜੀ ਇੱਕ ਮੈਂ ਤਾਂ ਪਹਿਲੀ ਗੱਲ ਇਹੀ ਕਹਿਣੀ ਚਾਹਾਂਗਾ ਵੀ ਨਸ਼ਾ ਇੱਕ ਬੜਾ ਵੱਡਾ ਮੁੱਦਾ ਹੈ ਤੇ ਇਹ ਕੋਈ ਰਾਤੋਂ ਰਾਤ ਹੱਲ ਹੋਣ ਵਾਲਾ ਨਹੀਂਗਾ, ਉਹ ਵੀ ਗੱਲ ਨਾਲ ਹੈ। ਪਰ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜ਼ਮੀਨੀ ਪੱਧਰ ਤੇ ਕੰਮ ਕਰਦੀ ਦਿਖਾਈ ਨਹੀਂ ਦੇ ਰਹੀ, ਵੀ ਨਾ ਹੀ ਕੋਈ ਜਿਵੇਂ ਕਹਿੰਦੇ ਆਪਾਂ ਮਸ਼ੀਨਰੀ ਕੰਮ ਕਰਦੀ ਦਿਖਾਈ ਦੇ ਰਹੀ ਹੈ ਵੀ ਜਿਹੜੀ ਨਸ਼ੇ ਦੇ ਪਿੱਛੇ ਉਹਨੂੰ ਕੰਟਰੋਲ ਕਰਨ ਤੇ ਲੱਗੀ ਹੋਵੇ। ਕਿਤੇ ਨਾ ਕਿਤੇ ਫੌਜਾ ਸਿੰਘ ਸਰਾਰੀ 'ਚ ਵੀ ਕਮੀਆਂ ਨੇ, ਪ੍ਰਸ਼ਾਸਨ 'ਚ ਵੀ ਕਮੀਆਂ ਨੇ, ਉਸ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋ ਰਹੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਮੈਂ ਤੁਹਾਨੂੰ ਇੱਕ ਆਪਦੀ ਗੱਲ ਦੱਸ ਦਿੰਦਾ, ਨਸ਼ੇ ਨੂੰ ਲੈ ਕੇ ਹੀ ਇਹ ਗੱਲ ਹੈ। ਮਤਲਬ ਮੈਂ ਇੱਕ ਆਰਟੀਆਈ ਪਾਈ ਜਿੰਦੇ ਵਿੱਚ ਕੀ ਮੈਂ ਡਿਟੇਲ ਮੰਗੀ ਜਿਵੇਂ ਆਪਣੇ ਹੁੰਦੇ ਐਕਸਾਈਜ਼ ਡਿਪਾਰਟਮੈਂਟ ਤੋਂ ਵੀ ਸ਼ਰਾਬ ਦੇ ਠੇਕਿਆਂ ਦੀ ਜਾਣਕਾਰੀ ਹਲਕਾ ਗੁਰੂ ਹਰਸਾਏ ਦੇ ਵਿੱਚ ਕਿੰਨੇ ਨੇ। ਸਿਰਫ 50 ਮਨਜ਼ੂਰ ਨੇ, ਵੱਡੇ ਛੋਟੇ ਠੇਕੇ ਰਲਾ ਕੇ 50 ਠੇਕੇ ਜਿਵੇਂ ਆਪਾਂ ਕਹਿੰਦੇ ਲੀਗਲਾਈਜ਼ ਨੇ ਵੀ ਗੁਰੂ ਹਰਸਾਏ ਹਲਕੇ ਦੇ ਵਿੱਚ। ਪਰ ਠੇਕੇ ਤਾਂ ਅਣਗਿਣਤੀ ਖੁੱਲੇ ਹੋਏ, ਸਰਕਾਰ ਦਾ ਕਿੰਨਾ ਨੁਕਸਾਨ ਹੋ ਰਿਹਾ, ਸਰਕਾਰ ਦਾ ਤੇ ਲੋਕਾਂ ਦਾ ਮੈਂ ਕਹਾਂਗਾ, ਕਿਉਂਕਿ ਸਰਕਾਰ ਵੀ ਲੋਕ ਹੀ ਨੇ ਇੱਕ ਤਰ੍ਹਾਂ ਦੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਕਿੰਨਾ ਨੁਕਸਾਨ ਹੋ ਰਿਹਾ। ਕਿਤੇ ਨਾ ਕਿਤੇ MLA ਦੀ ਵੀ ਸ਼ਮੂਲੀਅਤ ਹੋਊਗੀ ਤਾਂ ਹੀ ਹੋ ਰਿਹਾ ਭਾਜੀ, ਕਿਉਂਕਿ ਵਾਰ-ਵਾਰ ਐਕਸਾਈਜ਼ ਇੰਸਪੈਕਟਰ ਨੂੰ ਵੀ ਕਿਹਾ, ਜਿਹੜੇ ਉਹਨਾਂ ਦੇ ਉੱਪਰ ਜਿਨ੍ਹਾਂ ਦੀ ਡਿਊਟੀ ਹੈ ਉਹਨਾਂ ਨੂੰ ਵੀ ਕਿਹਾ ਵੀ ਇਹ ਜਿਹੜੇ ਅਨਲੀਗਲ ਠੇਕੇ ਨੇ ਇਹਨਾਂ ਨੂੰ ਬੰਦ ਕਰਾਇਆ ਜਾਵੇ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਹੁਣ ਮੰਤਰੀ ਸਾਹਿਬ ਨੂੰ ਵੀ ਮੈਂ ਚਿੱਠੀ ਕੱਢਾਂਗਾ, ਜਿਨ੍ਹਾਂ ਦੇ ਕੋਲ ਡਿਪਾਰਟਮੈਂਟ ਹੈ ਉਹ ਐਕਸਾਈਜ਼ ਵਾਲਾ, ਬਕਾਇਦਾ ਚਿੱਠੀ ਪਾਵਾਂਗੇ, ਆਪਦੇ ਨਾਮ ਤੋਂ ਪਾਵਾਂਗੇ ਤੇ ਡਿਟੇਲ ਨਾਲ ਲਾਵਾਂਗੇ ਵੀ 50 ਠੇਕੇ ਮਨਜ਼ੂਰ ਨੇ। 50 ਤਾਂ ਸਿਰਫ ਇਕੱਲੇ ਗੁਰੂ ਹਰਸਾਏ ਸ਼ਹਿਰ 'ਚ ਹੀ ਖੋਲੀ ਬੈਠੇ ਨੇ ਤੇ ਗੁਰੂ ਹਰਸਾਏ ਹਲਕਾ ਤਾਂ ਬਹੁਤ ਵੱਡਾ, ਮੇਰੇ ਹਿਸਾਬ ਨਾਲ 500 ਠੇਕਾ ਹੋਣਾ ਭਾਜੀ। ਤੇ ਕਿੰਨਾ ਨੁਕਸਾਨ ਹੋ ਰਿਹਾ ਰੈਵਨਿਊ ਦਾ ਸਰਕਾਰ ਦਾ। ਫਿਰ ਤਾਂ ਕੁਝ ਵੀ ਨਹੀਂ ਬਦਲਿਆ ਲੱਗਦਾ ਹਾਲੇ ਤੱਕ ਤਾਂ ਭਾਜੀ ਨਹੀਂ ਬਦਲਿਆ। ਮਤਲਬ ਜਿੱਥੇ ਗਲਤੀ ਹੈ ਉੱਥੇ ਗਲਤ ਕਵਾਂਗੇ, ਜਿੱਥੇ ਸਹੀ ਹੈ ਉੱਥੇ ਸਹੀ ਕਵਾਂਗੇ। ਤੇ ਉਦੋਂ ਬਾਅਦ ਤੁਹਾਡੇ ਨਾਲ ਸੰਪਰਕ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਬਹਿ ਕੇ ਮਾਮਲਾ ਸੌਰਟ ਆਊਟ ਕਰ ਲੈਂਦੇ ਆ? ਸੰਪਰਕ ਭਾਜੀ ਫੌਜਾ ਸਿੰਘ ਵੱਲੋਂ ਤਾਂ ਨਹੀਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਈ ਹੁੰਦਾ ਤੁਹਾਨੂੰ ਦੱਸਿਆ ਅੱਗੇ ਵੀ ਕਈ ਯਾਰ ਦੋਸਤ ਹੁੰਦੇ ਨੇ ਜਾਂ ਕਈ ਸੱਜਣ ਮਿੱਤਰ ਹੁੰਦੇ ਨੇ, ਉਹਨਾਂ ਥਰੂ ਮੈਸੀ ਮੂਸੀ ਲਵਾਏ ਨੇ, ਮਤਲਬ ਵੀ ਪਰ ਨਹੀਂ ਕਹਿ ਸਕਦੇ ਆਪਾਂ ਵੀ ਹਾਲੇ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ। ਕੋਈ ਦਬਾਅ ਦਬੂ ਪਾਇਆ? ਦਬਾਅ ਤਾਂ ਚਲੋ ਹੁੰਦਾ ਹੀ ਹੈ ਜੀ, ਜਿਹੜਾ ਬੰਦਾ ਪਾਵਰ 'ਚ ਹੁੰਦਾ ਉਹਦੇ ਵੱਲੋਂ ਕੋਸ਼ਿਸ਼ ਤਾਂ ਕਰਦਾ ਹੀ ਹੈ ਦਬਾਅ ਪਾਉਣ ਦੀ। ਪਰ ਮੈਂ ਜਿੱਥੋਂ ਤੱਕ ਕਹਿੰਦਾ ਵੀ ਜਦੋਂ ਤੁਸੀਂ ਸੱਚੇ ਜੇ ਤੁਹਾਨੂੰ ਕੋਈ ਦਬਾ ਨਹੀਂ ਸਕਦਾ। ਜੇ ਮੈਂ ਅੱਜ ਸੱਚਾ ਇਸ ਚੀਜ਼ ਦੇ ਉੱਤੇ ਤਾਂ ਮੈਨੂੰ ਕੋਈ ਕੀ ਦਬਾ ਲੂਗਾ। ਵੱਧ ਤੋਂ ਵੱਧ ਕੀ ਪਰਚਾ ਹੀ ਇੱਕ ਹੋਰ ਕਰ ਦੇਣ, ਜ਼ਮਾਨਤ ਲੈ ਲਾਂਗੇ, ਫਿਰ ਕੀ ਹੁੰਦਾ। ਕੋਰਟ ਤਾਂ ਬੈਠਾ ਹੀ ਇਹਨਾਂ ਦੇ ਦੇਖਦਾ ਹੀ ਪਿਆ, ਕਰ ਦੇਣ ਕੋਈ ਗੱਲ ਨਹੀਂ। SSP ਸਾਹਿਬ ਨੂੰ ਵੀ ਲੈਟਰ ਕੱਢੀ ਹੈ ਮੈਂ ਵੀ ਮੇਰੇ ਤੇ ਪਹਿਲਾਂ ਵੀ ਪਰਚਾ ਆਇਆ ਤੇ ਮੈਨੂੰ ਹੁਣ ਵੀ ਖੰਸ਼ਾ ਹੈ, ਜਾਂ ਮੇਰੇ ਪਰਿਵਾਰ ਨੂੰ ਵੀ ਖੰਸ਼ਾ ਵੀ ਸਾਡੇ ਤੇ ਕੋਈ ਪੋਲੀਟੀਕਲੀ ਰਿਵੈਂਜ ਦੇ ਤੌਰ ਤੇ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ। ਦੇਖਦੇ ਆ, ਅਗਰ ਕਰਨਗੇ ਤਾਂ ਫਿਰ ਹੱਲ ਵੀ ਹੋਊਗਾ ਹੁੰਦਾ, ਕੋਰਟ ਦੇ ਵਿੱਚ ਜਾਵਾਂਗੇ, ਕੋਈ ਵੱਡੀ ਗੱਲ ਨਹੀਂ ਭਾਜੀ। ਤੁਹਾਡੇ ਤੇ ਪਹਿਲਾਂ ਵੀ ਕੋਈ ਹੋਰ? ਪਹਿਲਾਂ ਤਾਂ ਭਾਜੀ ਤੁਹਾਨੂੰ ਦੱਸਿਆ ਹੀ ਹੈ ਵੀ ਆਹ ਪਰਚਾ ਹੋਇਆ ਸੀ ਜਿਹੜਾ ਝੰਡੇ ਵਾਲਾ, ਰਾਸ਼ਟਰੀ ਅਪਮਾਨ ਦਾ, ਦੇਸ਼ ਦਰੋਹ ਤਰੱਕ ਦੀਆਂ ਧਾਰਾਵਾਂ ਵਿੱਚ ਕਈ ਵਾਰੀ ਲਾਤੀਆਂ ਸੀ, ਪਰ ਉਹ ਕੋਰਟ ਨੇ ਨਕਾਰ ਦਿੱਤੀਆਂ, ਜਿਵੇਂ ਕਹਿ ਲਓ ਵੀ ਉਹ ਬਣਦੀਆਂ ਹੀ ਨਹੀਂ ਸੀ। ਜੀ ਇਕੱਲਾ ਉਹੀ ਹੈ, ਉਦੋਂ ਪਹਿਲਾਂ ਤਾਂ ਨਹੀਂ ਕੋਈ ਹੋਰ ਕੋਈ? ਹਾਂ ਉਦੋਂ ਪਹਿਲਾਂ ਤਾਂ ਕੋਈ ਨਹੀਂ ਭਾਜੀ, ਉਹ ਤਾਂ ਸੋਲਟ ਆਊਟ ਹੈ। ਇੱਕ ਹੈਗਾ ਸੀਗਾ ਕਾਂਗਰਸ ਟਾਈਮ ਜਿਵੇਂ ਕਹਿ ਲਓ ਕਰਵਾਇਆ ਗਿਆ ਸੀ, ਪਰ ਉਹ ਇਨਕੁਆਇਰੀ ਦੇ ਵਿੱਚ ਆਪਾਂ ਕਲੀਨ ਹੋ ਗਏ ਸੀ, ਕੋਈ ਵੱਡੀ ਗੱਲ ਨਹੀਂ। ਤੇ ਕੋਈ ਹੋਰ ਧਮਕੀ ਵਗੈਰਾ ਤੁਹਾਨੂੰ ਦਿੱਤੀ ਹੋਵੇ ਕਿਸੇ ਨੇ? ਧਮਕੀਆਂ ਤਾਂ ਭਾਜੀ ਚਲੋ ਚਲਦੀਆਂ ਹੀ ਹੁੰਦੀਆਂ, ਉਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਆਪ ਵੀ ਨਹੀਂ ਬੰਦਾ ਡਰਦਾ, ਆਪਾਂ ਨੂੰ ਡਰ ਕਿਸ ਗੱਲ ਦਾ। ਅਗਰ ਮੰਨ ਕੇ ਚਲੋ ਮੈਨੂੰ ਕੋਈ ਧਮਕੀ ਦਊਗਾ ਤੇ ਕੀ ਕਰ, ਮੈਂ ਇਗਨੋਰ ਕਰ ਦਾਂਗਾ, ਮੈਂ ਕੋਈ ਗੱਲ ਨਹੀਂ, ਦਿੱਤੀ ਆ ਬਈ, ਮੇਰਾ ਕੋਈ ਕੀ ਕਰ ਦੇਗਾ। ਜਿੰਨੇ ਸਵਾਸ ਪ੍ਰਮਾਤਮਾ ਨੇ ਲਿਖੇ ਨੇ ਇਸ ਦੁਨੀਆ ਦੇ ਉੱਤੇ ਉਹਨੇ ਆਦੇ ਪੂਰੇ ਕਰਕੇ ਜਾਵਾਂਗੇ। ਜੇ
ਲਿਖਿਆ ਹੈ ਵੀ ਕਿਸੇ ਦੇ ਹੱਥੋਂ ਕੁਝ ਹੋਣਾ ਤੇ ਹੋ ਜਾਵੇ, ਕੋਈ ਗੱਲ ਨਹੀਂ। ਆਪਾਂ ਨੂੰ ਕੋਈ ਨਾ ਹੀ ਆਪਾਂ ਸਰਕਾਰ ਕੋਲੋਂ ਕੋਈ ਸਿਕਿਉਰਿਟੀ ਦੀ ਮੰਗ ਕਰਨੇ ਆ, ਨਾ ਹੀ ਆਪਾਂ ਕੋਈ ਇਸ ਚੀਜ਼ ਦੀ ਮੰਗ ਕਰਨੇ ਆ ਵੀ ਸਾਨੂੰ ਕੋਈ ਗਨਮੈਨ ਅਲਾਟ ਕੀਤੇ ਜਾਣ, ਤੇ ਨਾ ਹੀ ਆਪਾਂ ਲੈਣੇ ਨੇ, ਤੇ ਨਾ ਹੀ ਆਪਾਂ ਉਸ ਪ੍ਰਵਿਰਤੀ ਵਾਲੇ ਬੰਦੇ ਆ। ਕਈ ਵਾਰੀ ਹੁੰਦਾ ਨਾ, ਕੋਈ ਕਹਿੰਦਾ ਵੀ ਮੈਨੂੰ ਜੀ ਇਸ ਤਰ੍ਹਾਂ ਜੀ ਥ੍ਰੈਟ ਕੋਲ ਆ ਗਈ, ਜਾਂ ਮੇਰਾ ਹੁੰਦਾ ਵੀ ਚੱਲਦਾ ਪਿਆ ਡਿਸਪਿਊਟ ਚੱਲਦਾ ਪਿਆ, ਤਾਂ ਮੈਂ ਉਹਨੂੰ ਇਸ਼ੂ ਬਣਾ ਕੇ ਜਾਂ ਉਸ ਚੀਜ਼ ਦੇ ਉੱਤੇ ਕਰਕੇ ਤੇ ਕੋਈ ਗਨਮੈਨ ਲਾਣਾ ਨਹੀਂ। ਇਸ ਚੀਜ਼ ਦੇ ਖਿਲਾਫ ਤਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਸੀ ਲੋਕ, ਵੀ ਆ ਜਿਹੜੇ VIP ਕਲਚਰ ਖਤਮ ਹੋਣਗੇ, ਤੇ ਜੇ ਉਹਨਾਂ ਚੀਜ਼ਾਂ ਨੂੰ ਹੀ ਆਪਾਂ ਅਪਣਾਉਣ ਲੱਗ ਪਏ ਫਿਰ ਕਿਤੇ ਨਾ ਕਿਤੇ ਤਾਂ ਲੋਕ ਕਹਿਣਗੇ ਨਾ। ਤੁਹਾਡੇ ਏਰੀਆ 'ਚ ਖਤਮ ਹੋ ਗਿਆ VIP ਕਲਚਰ? ਨਹੀਂ ਭਾਜੀ, ਸਾਡੇ ਏਰੀਆ 'ਚ ਨਹੀਂ। ਸਾਡੇ ਏਰੀਆ 'ਚ ਤਾਂ ਭਾਜੀ ਖਤਮ ਕਾਹਦਾ ਹੋਣਾ, ਮੈਂ ਤੁਹਾਨੂੰ ਗੱਲ ਦੱਸਣਾ। ਫੌਜਾ ਸਿੰਘ ਸਰਾਰੀ ਜੀ ਆਉਂਦੇ ਨੇ ਹਲਕੇ ਦੇ ਵਿੱਚ ਵਿਚਰਨ ਵਾਸਤੇ, ਅੱਗੇ DSP ਸਾਹਿਬ ਦੀ ਗੱਡੀ ਹੁੰਦੀ ਤੇ ਪਿੱਛੇ SHO ਦੀਆਂ ਗੱਡੀਆਂ ਹੁੰਦੀਆਂ, ਤੇ ਜਿਹੜੇ ਲੋਕ ਵਿਚਾਰੇ ਮੇਰੇ ਵਰਗੇ ਫਰਿਆਦੀ ਦਫ਼ਤਰਾਂ ਦੇ ਵਿੱਚ ਧੱਕੇ ਖਾਂਦੇ ਹੁੰਦੇ ਨੇ ਵੀ ਉਹ ਕਿਸੇ ਨੇ ਲੈਟਰ ਦੇਣੀ SSP ਨੂੰ ਦੇਣੀ ਹੈ, ਆਪਣਾ SHO ਨੂੰ ਦੇਣੀ ਹੈ ਜਾਂ ਕਿਸੇ ਹੋਰ ਨੂੰ ਦੇਣੀ, ਉਹ ਆਪਦਾ ਕੰਮ ਛੱਡ ਕੇ ਮੰਤਰੀ ਸਾਹਿਬ ਦੇ ਮਗਰ ਗੱਡੀਆਂ ਭਜਾਈ ਫਿਰਦੇ ਨੇ। ਉਹਨਾਂ ਦਾ ਇਹ ਕੰਮ ਨਹੀਂਗਾ, ਉਹਨਾਂ ਦਾ ਕੰਮ ਹੈ ਆਪਦੇ ਦਫ਼ਤਰਾਂ 'ਚ ਬਹਿ ਕੇ ਕੰਮ ਕਰਨੇ ਆ, ਲੋਕਾਂ ਨੂੰ ਨਿਆਂ ਦੇਣ। ਮੰਤਰੀ ਸਾਹਿਬ ਨੂੰ ਜੇ ਕੋਈ ਇੱਕ ਦੋ ਗਨਮੈਨ ਮਿਲੇ ਨੇ ਤਾਂ ਆਪਦੇ ਇੱਕ ਦੋ ਗਨਮੈਨ ਲਿਜਾਣ, ਉਹ ਐਡਾ ਲਾਮ ਲਸ਼ਕਰ ਲੈ ਕੇ ਤੁਰਦੇ ਨੇ ਨਾਲ, ਤਾਂ ਉਹਨਾਂ ਨੂੰ ਕੀ ਕੋਈ ਡਰ ਲੱਗਦਾ ਕਿਸੇ ਚੀਜ਼ ਦਾ ਕਿ ਆਪਦੀ ਫੋਕੀ ਟੋਰ ਦੇ ਪਿੱਛੇ ਲੱਗੇ ਫਿਰਦੇ ਨੇ। ਇਸ ਚੀਜ਼ ਦਾ ਮਤਲਬ, ਇਸ ਚੀਜ਼ ਦਾ ਵੀ ਮੈਂ ਕਹਿੰਦਾ ਪਾਰਟੀ ਨੂੰ ਦੇਖਣਾ ਚਾਹੀਦਾ ਵੀ ਇਹ ਕੀ ਹਲਕੇ 'ਚ ਕਰ ਰਹੇ ਨੇ, ਕੀ ਐਕਟੀਵਿਟੀ ਚੱਲਦੀ ਪਈ ਇਹਨਾਂ ਦੀ, ਜਾਂ ਜਿਹੜੇ ਲੋਕ ਨੇ ਦੇਖੋ ਲੋਕਾਂ ਦੀ ਜ਼ਿੰਦਗੀ ਬਦਲਣ ਵਾਸਤੇ ਆਪਾਂ ਵੋਟ ਕਿਹਾ ਸੀ ਵੀ ਇੱਕ ਮੌਕਾ ਮਤਲਬ ਆਮ ਆਦਮੀ ਪਾਰਟੀ ਨੂੰ, ਜਾਂ ਇੱਕ ਮੌਕਾ ਫੌਜਾ ਸਿੰਘ ਸਰਾਰੀ ਨੂੰ, ਵੀ ਆਪਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਾਂਗੇ। ਤਾਂ ਲੋਕ ਵਿਚਾਰੇ ਕਈ ਹੁਣ ਦੇਖੋ ਕਈ ਨਜਾਇਜ਼ ਪਰਚਿਆਂ ਵਾਲੇ ਕਿੰਨੇ ਬੰਦੇ ਨੇ ਜਿਹੜੇ ਕਿਤੇ ਨਾ ਕਿਤੇ ਇਸ ਆਸ ਦੇ ਵਿੱਚ ਬੈਠੇ ਨੇ ਵੀ DSP ਸਾਹਿਬ ਆ ਕੇ ਬੈਠਣਗੇ, ਅਸੀਂ ਉਹਨਾਂ ਨੂੰ ਆਪਦਾ ਦੁੱਖ ਦੱਸਾਂਗੇ ਜਾਂ ਆਪਦਾ ਮੰਗ ਪੱਤਰ ਦਾਂਗੇ, ਤੇ ਜੋ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਗੱਡੀਆਂ ਮੰਤਰੀ ਦੇ ਨਾਲ ਜਾਂ MLA ਨਾਲ ਹੀ ਘੜੀਸੀ ਫਿਰਨੀ ਹੈ, ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਵੀ ਆਪਦੀ ਨੌਕਰੀ ਦੇ ਨਾਲ ਦਗਾ ਕਰ ਰਹੇ ਨੇ। ਬਹੁਤ ਲੋਕਾਂ ਨੇ ਤੁਹਾਨੂੰ ਵੀ ਕਮੈਂਟਾਂ ਥੱਲੇ ਕਹਿਣਾ ਵੀ ਹਜੇ ਤਾਂ ਸਾਲ ਵੀ ਨਹੀਂ ਪੂਰਾ ਹੋਇਆ, ਛੇਤੀ ਚਾਹ ਲੈ ਗਿਆ। ਚਾਹ ਦੀ ਨਹੀਂ ਗੱਲ ਭਾਜੀ, ਫਿਰ ਉਹੀ ਗੱਲ ਮਤਲਬ ਕਹੀ ਜਾਵੇ ਕੋਈ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿੱਥੇ ਕੋਈ ਸਹੀ ਹੈ, ਮੈਂ ਸਹੀ ਹਾਂ, ਮੈਨੂੰ ਕਈ ਜਾਣ ਗਾਲਾਂ ਕੱਢੀਆਂ ਨੇ, ਉਹਦੇ ਨਾਲ ਕੀ ਫਰਕ ਪਊਗਾ ਜੀ? ਮੇਰੇ ਜ਼ਮੀਰ ਨੂੰ ਪਤਾ, ਮੇਰੇ ਪਰਮਾਤਮਾ ਨੂੰ ਪਤਾ, ਤੇ ਫੌਜਾ ਸਿੰਘ ਸਰਾਰੀ ਨੂੰ ਪਤਾ। ਅਲਟੀਮੇਟਲੀ ਹੁਣ ਤਾਂ ਤਿੰਨ ਜਣਿਆਂ ਨੂੰ ਹੀ ਪਤਾ ਨਾ ਵੀ ਕੌਣ ਸਹੀ ਹੈ ਤੇ ਕੌਣ ਗਲਤ ਹੈ। ਅਗਰ ਉਹਨਾਂ ਨੂੰ ਲੱਗਦਾ ਜੋਨੀ ਕਪੂਰ ਗਲਤ ਹੈ, ਉਹ ਆਣ ਇੰਟਰਵਿਊ ਦੇਣ, ਪ੍ਰੈਸ ਦੇ ਅੱਗੇ ਆਣ, ਕਿਉਂ ਨਹੀਂ ਆ ਰਹੇ? ਉਹਦੇ ਪਿੱਛੇ ਕੋਈ ਕਾਰਨ ਹੋਊਗਾ, ਤਾਂ ਹੀ ਨਹੀਂ ਆ ਰਹੇ ਜੀ। ਜੋ ਨਹੀਂ ਸਮਝਦਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ।